ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਗੁਰਮਤ ਮਿਸ਼ਨਰੀ ਕਾਲਜ ਦਿੱਲੀ ਤੋਂ ਸ਼ੁਰੂ ਹੋਇਆ ਸੀ। 15 ਸਾਲ ਤੱਕ ਜਥੇਬੰਦਕ ਰੂਪ ਵਿੱਚ ਇਸ ਕਾਲਜ ਨੇ ਬਹੁਤ ਯਾਦਗਾਰੀ ਕੰਮ ਕੀਤਾ। ਗੁਰਮਤ ਮਿਸ਼ਨਰੀ ਨਾਮ ਦਾ ਇੱਕ ਮਹੀਨਾਵਾਰੀ ਰਸਾਲਾ ਵੀ ਇਹਨਾਂ ਨੇ ਕੱਢਿਆ। ਪੁਰਾਣੇ ਸਾਹਿਤ ਸਾਖੀਆਂ ਨੂੰ ਸੋਧ ਕੇ ਨਵੀਆਂ ਕਿਤਾਬਾਂ ਟਰੈਕਟ ਲਿਖਵਾਏ ਗਏ। ਗੁਰਬਾਣੀ ਦੇ ਕੜਾਕੇਦਾਰ ਸ਼ਬਦ ਚੁਣ ਕੇ ਉਹਨਾਂ ਦੇ ਅਰਥ ਛਪਵਾਏ ਗਏ। ਕਿਤਾਬਚੇ ਸੰਗਤਾਂ ਦੇ ਸਨਮੁਖ ਲਿਆਂਦੇ ਗਏ। ਦਸਮ ਗ੍ਰੰਥ ਦੀ ਅਸਲੀਅਤ ਨੰਗੀ ਕਰਨ ਵਾਲੀ ਗਿਆਨੀ ਭਾਗ ਸਿੰਘ ਅਮਾਲਾ ਦੀ ਕਿਤਾਬ ਦਸਮ ਗ੍ਰੰਥ ਨਿਰਣੈ ਛਪਵਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦੀ ਕੀਤੀ ਗਈ। ਪ੍ਰੋਫੈਸਰ ਸਾਹਿਬ ਸਿੰਘ ਵੱਲੋਂ ਲਿਖਿਆ ਗਿਆ ਸਾਰਾ ਗੁਰਮਤ ਸਾਹਿਤ ਗੁਰਬਾਣੀ ਦੇ ਅਰਥ, ਇਤਿਹਾਸ, ਫਲਸਫੀ ਅਤੇ ਵਿਆਕਰਣ ਅਪਣਾ ਕੇ ਆਮ ਸਿੱਖ ਸਮਾਜ ਤੱਕ ਪੁੱਜਦਾ ਕਰਨ ਲਈ ਧਰਮ ਅਸਥਾਨਾਂ ਵਿੱਚ ਜੁੜਦੇ ਇਕੱਠਾਂ ਵਿੱਚ ਕਿਤਾਬਾਂ ਦੇ ਸਟਾਲ ਲਾਏ ਜਾਣ ਲੱਗੇ। ਕੰਮ ਕਰਨ ਵਾਲੇ ਅਸੀਂ ਸਾਰੇ ਸੇਵਾਦਾਰ ਬਿਨਾਂ ਕੋਈ ਪੈਸਾ ਲਏ ਖੁਸ਼ੀ ਨਾਲ ਸੇਵਾ ਕਰਦੇ ਸਾਂ। ਮੁਖੀ ਸੇਵਾਦਾਰਾਂ ਨੇ ਕੰਮ ਬਹੁਤ ਕੀਤਾ, ਪਰ ਆਪਸੀ ਅੰਦਰੂਨੀ ਲੜਾਈ ਨੇ ਕਾਲਜ ਦੇ ਕਈ ਟੁਕੜੇ ਕਰ ਦਿੱਤੇ। ਮੈਂ ਇਹਨਾਂ ਮੋਹਰੀ ਵਿਦਵਾਨਾਂ ਤੋਂ ਬਹੁਤ ਕੁਝ ਸਿੱਖਿਆ। ਇਹਨਾਂ ਵੱਲੋਂ ਸਿਖਾਉਣ ਦਾ ਉਪਰਾਲਾ, ਮੇਰੇ ਵੱਲੋਂ ਸਿੱਖਣ ਦੀ ਇੱਛਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਸੰਨ 1975 ਤੋਂ ਮੈਂ ਇਸ ਪਾਸੇ ਤੁਰਿਆ ਸਾਂ। ਉਤਰਾਅ ਚੜ੍ਹਾਅ ਬਹੁਤ ਵੇਖੇ। ਮੈਂ ਪੱਕਾ ਇਰਾਦਾ ਧਾਰ ਲਿਆ ਸੀ ਕਿ ਕਾਲਜ ਬਣਨ ਚਾਹੇ ਢਹਿਣ, ਜਥੇਬੰਦੀ ਜੁੜੇ ਜਾਂ ਖਿਲਰੇ, ਮੈਂ ਆਪਣੀ ਸਮਰੱਥਾ ਮੁਤਾਬਕ ਧਰਮ ਦੇ ਖੇਤਰ ਵਿੱਚ ਆਪਣਾ ਕੰਮ ਕਰਦਾ ਰਹਾਂਗਾ। ਗੁਰਮਤ ਮਿਸ਼ਨਰੀ ਕਾਲਜ ਦੇ ਮੋਢੀ ਸਿੱਖਾਂ ਵਿੱਚ ਇੱਕ ਸੀ ਭਾਈ ਹਰਚਰਨ ਸਿੰਘ, ਇਹ ਕਲਪਤ ਨਾਮ ਹੈ, ਜੋ ਬਹੁਤ ਮਿਹਨਤੀ ਅਤੇ ਤੀਖਣ ਬੁੱਧੀ ਵਾਲਾ ਸੀ। ਲਿਖਣ ਵਿੱਚ ਵੀ ਮਾਹਰ, ਬੋਲਣ ਵਿੱਚ ਵੀ ਅਤੇ ਪ੍ਰਬੰਧਕੀ ਕੰਮਾਂ ਵਿੱਚ ਵੀ ਕਮਾਲ ਸੀ ਇਸ ਦੀ। ਮੁਖੀ ਸਿੰਘਾਂ ਦੀ ਆਪਸੀ ਜੰਗ ਇੰਨੀ ਅੱਗੇ ਵੱਧ ਗਈ ਕਿ 1983 ਵਿੱਚ ਕਾਲਜ ਦੇ ਕਈ ਟੁਕੜੇ ਹੋ ਗਏ। ਇੱਕ ਹਿੱਸਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਬਣ ਗਿਆ। ਇੱਕ ਹਿੱਸਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਬਣ ਗਿਆ। ਬਾਕੀ ਰਹਿੰਦੇ ਦਿੱਲੀ ਵਿੱਚ ਵੱਖਰੇ ਨਾਵਾਂ ਅਧੀਨ ਕੰਮ ਕਰਨ ਲੱਗ ਪਏ। ਇਸ ਪਾਟੋ ਧਾੜ ਕਾਰਨ ਸਿੱਖ ਜਾਗਰਤੀ ਲਹਿਰ ਨੂੰ ਭਾਰੀ ਨੁਕਸਾਨ ਹੋਇਆ। ਸੰਨ 1984 ਵਿੱਚ ਪੰਜਾਬ ਦੇ ਉੱਤੇ ਕਾਹਰੀ ਫੌਜੀ ਹਮਲਾ ਹੋ ਗਿਆ। ਇਸੇ ਸਾਲ ਦਿੱਲੀ ਵਿੱਚ ਇੰਦਰਾ ਗਾਂਧੀ ਮਰਨ 'ਤੇ ਫਿਰ ਸਿੱਖਾਂ ਦਾ ਕਤਲੇਆਮ ਹੋਇਆ। ਉਪਰੰਤ 10 ਸਾਲ ਤੱਕ ਹੋਰ ਸਿੱਖਾਂ 'ਤੇ ਅਸਹਿ ਤੇ ਅਕਹਿ ਜ਼ੁਲਮ ਹੋਏ। ਆਪੋ ਆਪਣੇ ਘਰਾਂ ਵਿੱਚ ਲੁਕ ਕੇ ਸਿੱਖ ਵਾਹਿਗੁਰੂ ਵਾਹਿਗੁਰੂ ਕਰਨ ਜੋਗੇ ਰਹਿ ਗਏ। ਬਾਕੀ ਸਾਰੀਆਂ ਕਾਰਵਾਈਆਂ ਬੰਦ ਹੋ ਗਈਆਂ। ਇਸ ਸਮੇਂ ਦੌਰਾਨ ਮੇਰੀ ਜ਼ਿੰਦਗੀ ਵਿੱਚ ਕਈ ਮੋੜ ਆਏ। ਕੈਦਾਂ, ਤਸੀਹੇ, ਆਰਥਿਕ ਕੰਗਾਲੀ, ਬਿਮਾਰੀਆਂ ਵਗੈਰਾ ਨੇ ਕਈ ਖਤਰਨਾਕ ਰਾਹਾਂ ਵਿੱਚੋਂ ਦੀ ਮੈਨੂੰ ਗੁਜ਼ਰਨਾ ਪਿਆ। ਪੁਰਾਣੇ ਮਿਸ਼ਨਰੀ ਸਿੰਘਾਂ ਵਿੱਚੋਂ 4-5 ਕੁ ਸਿੰਘਾਂ ਨਾਲ ਹੀ ਮੇਲ ਮਿਲਾਪ ਹੁੰਦਾ ਰਿਹਾ। ਬਾਕੀਆਂ ਨਾਲੋਂ ਰਾਬਤਾ ਟੁੱਟ ਗਿਆ। ਮੇਰੇ ਵਾਂਗ ਉਹਨਾਂ 'ਤੇ ਵੀ ਹੋ ਸਕਦਾ ਹੈ ਮੁਸੀਬਤਾਂ ਆਈਆਂ ਹੋਣ। 20 ਸਾਲ ਤੋਂ ਬਾਅਦ 4/2/2010 ਨੂੰ ਇੱਕ ਦੋਸਤ ਨੇ ਦੱਸ ਪਾਈ ਕਿ ਪੁਰਾਣੇ ਮਿਸ਼ਨਰੀ ਭਾਈ ਹਰਚਰਨ ਸਿੰਘ ਨੂੰ ਆਪਾਂ ਮਿਲਣ ਜਾਣਾ ਹੈ। ਅਗਰ ਤੁਸੀਂ ਵੀ ਮਿਲਣਾ ਚਾਹੋ ਤਾਂ ਅਸੀਂ ਦੋਵੇਂ ਚਲੇ ਚੱਲਦੇ ਹਾਂ। ਉਹਨਾਂ ਦੇ ਨਾਲ ਮੈਂ ਵੀ ਤਿਆਰ ਹੋ ਕੇ ਚੱਲ ਪਿਆ ਤੇ ਜਾ ਪਹੁੰਚੇ ਉਸ ਵੀਰ ਜੀ ਦੇ ਘਰ। ਰਸਮੀ ਸੁਖਸਾਨ ਤੋਂ ਬਾਅਦ ਮੈਂ ਬਿਨਾਂ ਵਿੰਗ ਵਲ ਪਾਏ ਭਾਈ ਹਰਚਰਨ ਸਿੰਘ ਨੂੰ ਬੇਨਤੀ ਕੀਤੀ ਕਿ ਮੈਂ ਕੋਈ ਭੂਮਿਕਾ ਨਹੀਂ ਬੰਨਣੀ, ਨਾ ਘਰੇਲੂ ਗੱਲਾਂ ਕਰਨੀਆਂ ਹਨ। ਗੁਰਮਤ ਬਾਰੇ ਅੱਧਾ ਘੰਟਾ ਵਿਚਾਰ ਚਰਚਾ ਕਰਨ ਆਏ ਹਾਂ। ਤੁਹਾਡੇ ਵੱਲੋਂ ਸਹਿਮਤੀ ਦਿੱਤੇ ਜਾਣ ਤੋਂ ਮਗਰੋਂ ਜੋ ਸਵਾਲ ਜਵਾਬ ਹੋਏ ਉਹ ਕੁਝ ਇਸ ਤਰ੍ਹਾਂ ਹਨ। ਮੈਂ ਕਿਹਾ, ਵੀਰ ਜੀ, ਤੁਹਾਡੀ ਉਮਰ ਕਰੀਬ 75 ਸਾਲ ਤੋਂ ਵੱਧ ਹੋ ਚੁੱਕੀ ਹੈ। ਤੁਹਾਡੇ ਕੋਲ ਜ਼ਿੰਦਗੀ ਦਾ ਬੇਅੰਤ ਤਜਰਬਾ ਹੈ। ਗੁਰਬਾਣੀ ਅਤੇ ਇਤਿਹਾਸ ਬਾਰੇ ਗਹਿਰਾਈਆਂ ਤੱਕ ਖੋਜ ਕਰ ਚੁੱਕੇ ਹੋ ਤੁਸੀਂ। ਲਿਖਣ ਦਾ ਅਨੁਭਵ ਵੀ ਤੁਹਾਡੇ ਕੋਲ ਹੈ। ਫਿਰ ਕੀ ਕਾਰਨ ਹੈ ਕਿ ਤੁਸੀਂ ਨਵੇਕਲੇ ਅੰਦਾਜ਼ ਵਾਲੀ, ਬੰਦ ਦਰਵਾਜ਼ੇ ਖੋਲ੍ਹਣ ਵਾਲੀ, ਗੁੱਝੇ ਭੇਦਾਂ ਨੂੰ ਪ੍ਰਗਟ ਕਰਨ ਵਾਲੀ, ਪੰਥ ਦੇ ਗਦਾਰਾਂ ਅਤੇ ਧੋਖੇਬਾਜ਼ਾਂ ਦੇ ਪਰਦੇ ਪਾੜ ਦੇਣ ਵਾਲੀ ਕਿਤਾਬ ਅੱਜ ਤੱਕ ਕਿਉਂ ਨਹੀਂ ਲਿਖੀ? ਹਰਚਰਨ ਸਿੰਘ ਬੋਲਿਆ, ਸ਼ਾਇਦ ਵੀਰ ਜੀ ਤੁਹਾਨੂੰ ਪਤਾ ਲੱਗ ਗਿਆ ਹੋਵੇ
कि ਖਾੜਕੂਵਾਦ ਦੇ ਬਹਾਨੇ ਪੁਲਿਸ ਨੇ ਮੇਰੇ ਇੱਕ ਬੇਟੇ ਨੂੰ ਮਾਰ ਮੁਕਾਇਆ। ਦੂਜੇ ਬੇਟੇ ਨੂੰ ਬਚਾਉਣ ਵਾਸਤੇ ਆਪਣਾ ਸਭ ਕੁਝ ਮੈਂ ਲੇਖੇ ਲਾ ਦਿੱਤਾ। ਕਾਫੀ ਲੰਮਾ ਸਮਾਂ ਮੈਂ ਖੁਦ ਜੇਲ੍ਹ ਵਿੱਚ ਬੰਦ ਰਿਹਾ ਹਾਂ। ਇਤਨਾ ਨੁਕਸਾਨ ਹੋ ਜਾਣ ਕਾਰਨ ਮੈਂ ਬੁਰੀ ਤਰ੍ਹਾਂ ਟੁੱਟ ਗਿਆ ਹਾਂ। ਜੇ ਮੈਂ ਅੱਗੋਂ ਕਿਤਾਬ ਲਿਖੀ ਜਾਂ ਕੋਈ ਅਜਿਹਾ ਹੋਰ ਕੰਮ ਕੀਤਾ ਤਾਂ ਮੁਸ਼ਕਲਾਂ ਦੇ ਪਹਾੜ ਟੁੱਟ ਸਕਦੇ ਨੇ। ਮੈਂ ਕਿਹਾ, ਤੁਸੀਂ ਸਾਡੇ ਬਹੁਤ ਸੀਨੀਅਰ ਅਤੇ ਵਿਦਵਾਨ ਮਿਸ਼ਨਰੀ ਹੋ। ਅਸੀਂ ਤੁਹਾਡੇ ਕੋਲੋਂ ਹੀ ਇਤਿਹਾਸ ਸੁਣਿਆ ਸੀ। ਤੁਸੀਂ ਪੂਰੇ ਜਾਹੋ ਜਲਾਲ ਵਿੱਚ ਬਾਹਾਂ ਉਲਾਰ ਕੇ ਗਰਜਵੀਂ ਆਵਾਜ਼ ਵਿੱਚ ਸਾਨੂੰ ਦੱਸਿਆ ਕਰਦੇ ਸੀ ਕਿ ਗੁਰਸਿੱਖੋ, ਅਸੀਂ ਉਸ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ 2 ਪੁੱਤਰ ਸ਼ਹੀਦੀ ਪਾ ਗਏ। ਥੋੜੇ ਵਕਫੇ ਬਾਅਦ ਛੋਟੇ ਪੁੱਤਰਾਂ ਦੀ ਸ਼ਹੀਦੀ ਬਾਰੇ ਖਬਰ ਆ ਗਈ, ਪਰ ਸਤਿਗੁਰੂ ਡੋਲੇ ਨਹੀਂ, ਹੰਝੂ ਨਹੀਂ ਬਹਾਏ, ਹਕੂਮਤ ਅੱਗੇ ਝੁਕੇ ਨਹੀਂ, ਮਨੁੱਖੀ ਹੱਕਾਂ ਦੀ ਰਾਖੀ ਲਈ ਅਡੋਲਤਾ ਨਾਲ ਜਾਬਰਾਂ ਨਾਲ ਖੰਡਾ ਖੜਕਾਉਂਦੇ ਰਹੇ। ਇਸੇ ਤਰ੍ਹਾਂ ਜਰਨੈਲ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਾਲਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ ਗਿਆ। ਬੰਦਾ ਸਿੰਘ ਦਾ ਜਮੂਰਾਂ ਨਾਲ ਮਾਸ ਨੋਚਿਆ ਗਿਆ। ਮਹਾਨ ਯੋਧਾ ਡੋਲਿਆ ਨਹੀਂ। ਸਿੱਖ ਚਰਖੀਆਂ ਤੇ ਚੜ੍ਹ ਗਏ, ਖੋਪਰੀਆਂ ਉਤਰ ਗਈਆਂ, ਬੰਦ ਕੱਟੇ ਗਏ, ਬੱਚਿਆਂ ਦੇ ਟੋਟੇ ਕਰਵਾ ਕੇ ਮਾਵਾਂ ਦੀਆਂ ਝੋਲੀਆਂ ਵਿੱਚ ਪਾਏ ਗਏ। ਇਹ ਸਾਰੇ ਡੋਲੇ ਨਹੀਂ। ਤੁਹਾਡਾ ਇੱਕ ਪੁੱਤਰ ਜੀਵਤ ਹੈ, ਤੁਹਾਡੀ ਬੇਟੀ ਜੀਵਤ ਹੈ, ਪਤਨੀ ਜੀਵਤ ਹੈ ਅਤੇ ਤੁਸੀਂ ਵੀ ਖੁਦ ਠੀਕ ਠਾਕ ਨਜ਼ਰ ਆ ਰਹੇ ਹੋ। ਉਹ ਕਹਿਰ ਜਦੋਂ ਦੂਜਿਆਂ ਤੇ ਵਾਪਰੇ ਤਾਂ ਠੀਕ ਹੈ, ਪਰ ਜਦੋਂ ਆਪਣੇ ਤੇ ਉਸ ਦਾ 100ਵਾਂ ਹਿੱਸਾ ਵੀ ਮੁਸ਼ਕਲ ਆ ਪਵੇ ਤਾਂ ਚੀਕਾਂ ਨਿਕਲ ਜਾਂਦੀਆਂ ਹਨ। ਉਹ ਕੇਵਲ ਨਾਟਕਬਾਜ਼ੀ ਸਾਨੂੰ ਮਰਵਾਉਣ ਲਈ ਸੀ। ਹਰਚਰਨ ਸਿੰਘ ਬੋਲਿਆ, ਅਸੂਲਨ ਤੁਹਾਡੀਆਂ ਦਲੀਲਾਂ ਸਹੀ ਹਨ, ਪਰ ਮੇਰੇ ਵਿੱਚ ਹੁਣ ਇੰਨੀ ਹਿੰਮਤ ਨਹੀਂ ਰਹੀ ਕਿ ਮੈਂ ਕੁਝ ਹੋਰ ਕਰ ਸਕਾਂ, ਕੁਝ ਲਿਖ ਸਕਾਂ। ਇਹ ਹੁਣ ਮੇਰੇ ਤੋਂ ਆਸ ਨਾ ਕਰੋ। ਮੈਂ ਫਿਰ ਆਖਿਆ, ਤੁਹਾਨੂੰ ਤਲਵਾਰ ਜਾਂ ਬੰਦੂਕ ਚੁੱਕਣ ਲਈ, AK-47 ਚੁੱਕਣ ਲਈ ਅਸੀਂ ਨਹੀਂ ਕਹਿ ਰਹੇ, ਸਿਰਫ ਕਲਮ ਚੁੱਕਣ ਲਈ ਕਹਿ ਰਹੇ ਹਾਂ। ਹਰਚਰਨ ਸਿੰਘ ਬੋਲਿਆ, ਤੁਹਾਡੀ ਗੱਲ ਤਾਂ ਠੀਕ ਹੈ। ਮੈਂ ਇੱਕ ਅਜਿਹੇ ਮਹਾਨ ਸੰਤ ਨੂੰ ਜਾਣਦਾ ਹਾਂ ਜੋ ਕਤਲ ਦੇ ਕੇਸ ਵਿੱਚ ਉਮਰ ਕੈਦ ਕੱਟ ਰਿਹਾ ਸੀ। ਸਰਕਾਰ ਨੇ ਉਸ ਨਾਲ ਰਾਬਤਾ ਬਣਾਇਆ, ਆਪਣਾ ਮਕਸਦ ਸਮਝਾਇਆ ਉਸ ਨੂੰ, ਸਰਕਾਰੀ ਹਦਾਇਤਾਂ ਮੁਤਾਬਕ ਕੰਮ ਕਰਨ ਤੇ ਉਮਰ ਕੈਦ ਤੋਂ ਉਸ ਨੂੰ ਮਾਫੀ ਮਿਲੇਗੀ ਇਹ ਯਕੀਨ ਦਿਵਾਇਆ। ਸਰਕਾਰੀ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਅਸੀਂ ਤੈਨੂੰ ਸੰਤ ਬ੍ਰਹਮ ਗਿਆਨੀ ਕਾਰ ਸੇਵਕ ਬਾਬਾ ਜੀ ਬਣਾ ਕੇ ਪੇਸ਼ ਕਰਾਂਗੇ। ਸਿੱਖਾਂ ਦੀਆਂ ਇਤਿਹਾਸਕ ਇਮਾਰਤਾਂ ਤੁਸੀਂ ਢਾਹੋ, ਲੋਕਾਂ ਤੋਂ ਕਰੋੜਾਂ ਅਰਬਾਂ ਰੁਪਇਆ ਕਾਰ ਸੇਵਾ ਵਿੱਚ ਇਕੱਠਾ ਕਰੋ ਤੇ ਨਵੀਆਂ ਸੰਗਮਰਮਰ ਦੀਆਂ ਬੇਜਾਨ ਵੱਡੀਆਂ ਇਮਾਰਤਾਂ ਉਸਾਰ ਦਿਓ। ਉਸ ਕਾਰ ਸੇਵਕ ਬਾਬੇ ਨੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਜੇਲ੍ਹ ਤੋਂ ਬਾਹਰ ਆ ਗਿਆ। ਕਾਰ ਸੇਵਕਾਂ ਦੀਆਂ ਧਾੜਾਂ ਇਕੱਠੀਆਂ ਕੀਤੀਆਂ। ਹੌਲੀ ਹੌਲੀ ਕਾਰ ਸੇਵਕਾਂ ਨੇ ਮਾਇਆ ਨਾਲ ਆਪਣੇ ਘਰ ਵੀ ਭਰ ਲਏ। ਸਾਰੇ ਇਤਿਹਾਸਕ ਗੁਰਦੁਆਰਿਆਂ ਨੂੰ ਮਲੀਆ ਮੇਟ ਕਰ ਦਿੱਤਾ। ਮੈਂ ਕਿਹਾ, ਇਤਨੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਕੋਲ ਹੈ, ਇਸ ਨੂੰ ਜਨਤਾ ਵਿੱਚ ਪ੍ਰਗਟ ਕਰੋ। ਅਗਰ ਹਿੰਮਤ ਨਹੀਂ ਹੈ ਤਾਂ ਸਾਰਾ ਮੈਟਰ ਤਿਆਰ ਕਰਕੇ ਸਬੂਤਾਂ ਸਮੇਤ, ਨਾਵਾਂ ਥਾਵਾਂ ਸਮੇਤ ਆਪਣੇ ਵਿਸ਼ਵਾਸ ਵਾਲੇ ਬੰਦੇ ਦੇ ਹਵਾਲੇ ਕਰ ਦਿਓ। ਜੇ ਕਹੋ ਤਾਂ ਕਿਸੇ ਹੋਰ ਦੇ ਨਾਮ ਹੇਠ ਇਹ ਸਾਰਾ ਕੁਝ ਛਾਪਿਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਵੀ ਇਹ ਸਭ ਛਪਾਇਆ ਜਾ ਸਕਦਾ ਹੈ। ਤੁਹਾਡੀ ਮੌਤ ਤੋਂ ਬਾਅਦ ਛਾਪਣ ਦੀ ਕਸਮ ਪਵਾਈ ਜਾ ਸਕਦੀ ਹੈ। ਦੱਸੋ, ਤੁਹਾਡੀ ਕੀ ਸਲਾਹ ਹੈ? ਹਰਚਰਨ ਸਿੰਘ ਬੋਲਿਆ, ਨਹੀਂ, ਅਜੇ ਮੇਰਾ ਮਨ ਨਹੀਂ ਬਣਿਆ। ਜਦੋਂ ਇਰਾਦਾ ਹੋਇਆ ਮੈਂ ਤੁਹਾਨੂੰ ਦੱਸ ਦਿਆਂਗਾ। 10 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਨਾਲ ਇਹ ਵਾਰਤਾਲਾਪ ਹੋਈ ਨੂੰ। ਉਸ ਦੀ ਉਮਰ 80 ਸਾਲ ਤੋਂ ਉੱਪਰ ਹੋ ਗਈ ਹੈ, ਪਰ ਅਜੇ ਤੱਕ ਉਸ ਦਾ ਮਨ ਤਿਆਰ ਨਹੀਂ ਹੋਇਆ। ਇਸੇ ਲਈ ਮੈਨੂੰ ਸੱਦਿਆ ਨਹੀਂ ਗਿਆ। ਹੋਰ ਪਤਾ ਨਹੀਂ ਕਿੰਨੇ ਸਿੱਖ ਹਨ ਜੋ ਡਰਦੇ ਮਾਰੇ ਕੁਝ ਨਹੀਂ ਲਿਖਦੇ। ਸਾਰੇ ਗੁਪਤ ਭੇਦ ਨਾਲ ਲੈ ਕੇ ਹੀ ਮਰ ਜਾਂਦੇ ਨੇ। ਫਿਰ ਸਾਡੇ ਵਿੱਚ ਸੁਧਾਰ ਕਿਵੇਂ ਹੋਵੇਗਾ? ਇਸੇ ਤਰ੍ਹਾਂ ਇਹ ਭਾਈ ਹਰਚਰਨ ਸਿੰਘ ਵੀ ਸੰਸਾਰ ਤੋਂ ਵਿਦਾ ਹੋ ਗਿਆ ਪਿਛਲੇ ਕੁਝ ਸਮੇਂ 'ਚ। ਅਤੇ ਬੇਅੰਤ ਖਜ਼ਾਨਾ ਜਿਹੜਾ ਇਸ ਦੇ ਦਿਮਾਗ ਵਿੱਚ
ਸਾਂਭਿਆ ਹੋਇਆ ਸੀ ਉਹ ਨਾਲ ਹੀ ਲੈ ਕੇ ਚਲਾ ਗਿਆ। ਨਹੀਂ ਤੇ ਉਸ ਨੇ ਸਮਾਜ ਸੁਧਾਰ ਵਾਸਤੇ ਬਹੁਤ ਕੁਝ ਕੰਮ ਕਰਨਾ ਸੀ ਅਗਰ ਕੋਈ ਚੰਗੀ ਕਿਤਾਬ ਲਿਖ ਕੇ ਸਾਡੇ ਸਮਾਜ ਦੀ ਝੋਲੀ ਵਿੱਚ ਪਾ ਜਾਂਦਾ। ਇਹੋ ਜਿਹਾ ਬਹੁਤ ਕੁਝ ਆਲੇ ਦੁਆਲੇ ਵਾਪਰ ਰਿਹਾ। ਆਖੋ ਸਤਨਾਮ।